काफ़ी समा लगेगा। मैं साझे रूप से कहना चाਹੁੰਦਾ कि ਅਸੀਂ ਜਿੰਨਾ ਕੁ ਸੀਮਤ ਸੋਚਿਆ ਸੀਗਾ ਉਸ ਤੋਂ ਕਿਤੇ ਵਧੀਆ ਹੋ ਗਿਆ ਤੇ ਲੇਕਿਨ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜਾ ਅਗਲੇ ਮਹੀਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਵਾਂਗੇ ਉਹ ਜ਼ਰੂਰ ਥੋੜਾ ਹੋਰ ਵੀ ਕਵੀਆਂ ਦੀ ਗਿਣਤੀ ਵੱਧ ਹੋਵੇਗੀ ਔਰ ਤੁਸੀਂ ਹੋਰ ਵੀ ਸੋਜਾਤਮਕ ਆਨੰਦ ਮਾਣੋਗੇ। ਮੈਂ ਜਿਹੜੀ ਗੱਲ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਤੁਹਾਨੂੰ ਪਤਾ ਹੈ ਪੈਸਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ ਤੇ ਸਾਡੀ ਵੈਸੇ ਵੀ ਫਿਰਤਾ ਹੈ ਕਿ ਅਸੀਂ ਹਰ ਆਏ ਕਵੀ ਨੂੰ ਮਾਇਕ ਸਨਮਾਨ ਵੀ ਦਿੰਦੇ ਆ ਤੇ ਪਦਾਰਥਕ ਵੀ। ਵੈਸੇ ਤੇ ਮਾਇਆ ਵੀ ਪਦਾਰਥਾਂ 'ਚ ਹੀ ਆਉਂਦੀ ਹੈ ਲੇਕਿਨ ਫਿਰ ਵੀ ਚਲੋ ਇਹਨੂੰ ਵਖਰੇਵਾਂ ਕਰਨ ਦੇ ਲਈ ਗੱਲ ਦੀ ਖਾਤਰ ਗੱਲ ਕੀਤੀ ਜਾ ਰਹੀ ਹੈ ਤੇ ਸਾਨੂੰ ਸਾਡੇ ਜਿਹੜੇ ਵਿਦੇਸ਼ਾਂ 'ਚ ਵਸਦੇ ਸੱਜਣ ਨੇ ਸਾਹਿਤਕਾਰ ਨੇ ਉਹ ਸਮੇਂ-ਸਮੇਂ ਬਹੁਤਾ ਸਹਿਯੋਗ ਦਿੰਦੇ ਨੇ ਔਰ ਖੁੱਲ੍ਹ ਕੇ ਦਿੰਦੇ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਪ੍ਰਿੰਸੀਪਲ ਮਲੂਕ ਚੰਦ ਕਲੇਰ ਜੀ ਦਾ ਮੈਂ ਜ਼ਿਕਰ ਕਰਾਂ ਕਿ ਉਹਨਾਂ ਨੂੰ ਜਦੋਂ ਵੀ ਗੱਲ ਕਹੀ ਆ ਉਹਨਾਂ ਨੇ ਤੁਰੰਤ ਆਪਣਾ ਐਕਸ਼ਨ ਕੀਤਾ ਤੇ ਮਾਇਕ ਸਹਾਇਤਾ ਸਮੇਂ ਅਨੁਸਾਰ ਭੇਜੀ ਆ ਤੇ ਕਾਫੀ ਭੇਜੀ, ਉਹਨਾਂ ਦਾ ਵੀ ਧੰਨਵਾਦ। ਤੇ ਹੁਣੇ ਜਿਹਨਾਂ ਦੀ ਆਪਾਂ ਕਵਿਤਾ ਪੜ੍ਹੀ ਆ ਮਨਜੀਤ ਕੌਰ ਸੇਖੋਂ ਜੀ, ਇਹ ਵੀ ਸਾਡੀ ਮਦਦ ਕਰਦੇ ਰਹਿੰਦੇ ਨੇ ਅਮਰੀਕਾ ਤੋਂ। ਤੇ ਇੱਕ ਸਾਡੇ ਸਾਹਿਤਕਾਰ ਸੱਜਣ ਨੇ ਬਲਵਿੰਦਰ ਸਿੰਘ ਚਾਹਲ ਜੀ ਇੰਗਲੈਂਡ ਤੋਂ, ਉਹਨਾਂ ਨੇ ਵੀ ਇਸ ਵਾਰ 10,000 ਰੁਪਇਆ ਇਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਭੇਜਿਆ। ਅਸੀਂ ਉਹਨਾਂ ਦਾ ਬਾਕੀਆਂ ਦੇ ਵਾਂਗ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ, ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਪੈਸਿਆਂ ਤੋਂ ਬਿਨਾਂ ਕੰਮ ਨਹੀਂ ਚੱਲਦਾ। ਤੇ ਇੱਕ ਸਾਡੇ ਮਿੱਤਰ ਨੇ ਪਵਨ ਪ੍ਰਵਾਸੀ ਜੀ ਜਰਮਨ ਤੋਂ, ਜਿਵੇਂ ਉਹਨਾਂ ਨਾਲ ਪਹਿਲਾਂ ਵੀ ਜ਼ਿਕਰ ਕੀਤਾ, ਜਿਹਨਾਂ ਦੀ ਆਪਾਂ ਹੁਣ ਕਿਤਾਬ ਰਿਲੀਜ਼ ਕਰਨੀ ਹੈ ਫਰੈਂਕਫਰਟ ਤੋਂ ਨੇ, ਔਰ ਉਹ ਵੀ ਆਪਣਾ ਜਿੰਨਾ ਵੀ ਮਾਈਕ ਸਹਿਯੋਗ ਆ ਭੇਜ ਰਹੇ ਨੇ। ਉਹਨਾਂ ਨੇ ਅੱਜ ਬੰਦੇ ਨੇ ਇੱਕ ਨੇ ਆਉਣਾ ਸੀ ਲੇਕਿਨ ਉਹ ਬਿਮਾਰ ਹੋਣ ਕਰਕੇ ਨਹੀਂ ਆ ਸਕਿਆ, ਚਲੋ ਬਾਅਦ ਵਿੱਚ ਪਹੁੰਚ ਜਾਏਗਾ, ਲੇਕਿਨ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਇਸ ਪ੍ਰਸੰਗ। ਤੇ ਇੱਕ ਲਖਵਿੰਦਰ ਸਿੰਘ ਜੀ ਹਿੰਦਪਾਲ ਦੇ ਪਿਤਾ ਜੀ ਇੱਥੇ ਆ ਮੁੰਡਾ ਜਿਹੜਾ ਪੜ੍ਹ ਕੇ ਹਟਿਆ ਕਵਿਤਾ, ਉਹ ਵੀ ਸਮੇਂ ਮਾਈਕ ਸਹਾਇਤਾ ਸਾਨੂੰ ਦਿੰਦੇ ਰਹਿੰਦੇ ਆ। ਤੇ ਅੱਜ ਸਾਡੀ ਪ੍ਰਿੰਸੀਪਲ ਮੈਡਮ ਗੁਰਪਿੰਦਰ ਕੌਰ ਜੀ ਉਹ ਅੱਜ ਕਿਸੇ ਕਾਰਨ ਨਹੀਂ ਆ ਸਕੇ, ਉਹਨਾਂ ਦਾ ਵੀ ਮਾਈਕ ਸਹਿਯੋਗ ਸਾਨੂੰ ਸਮੇਂ ਆਉਂਦਾ ਰਹਿੰਦਾ। ਤੇ ਇੱਕ ਸਾਡੇ ਡਾਇਰੈਕਟਰ ਸਾਹਿਬ ਨੇ ਪੁਰਸ਼ੋਤਮ ਲਾਲ ਜੀ, ਅੱਜ ਕੱਲ੍ਹ ਜੰਮੂ 'ਚ ਨੇ, ਪਿਛਲੀ ਵਾਰੀ ਉਹਨਾਂ ਨੇ 10,000 ਰੁਪਇਆ ਭੇਜਿਆ ਸੀ ਸਾਨੂੰ ਤੇ ਇਸ ਵਾਰ ਵੀ ਕੁਛ ਨਾ ਕੁਛ ਭੇਜ ਰਹੇ ਨੇ। ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ, ਕਿਉਂਕਿ ਮਾਇਆ ਦੁਨਿਆਵੀ ਪੱਧਰ ਤੇ ਗੁਜਰਾਨ ਤਾਂ ਹੈ ਹੀ ਆ ਤੇ ਇਸ ਕਰਕੇ ਉਹ ਮਾਇਆ ਤੋਂ ਬਿਨਾਂ ਕੰਮ ਚੱਲਦਾ ਨਹੀਂ ਤੇ ਸਾਨੂੰ ਕੰਮ ਚਲਾਉਣ ਜੋਗੀ ਮਾਇਆ ਸਾਡੇ ਸੱਜਣ ਸਮੇਂ ਦਿੰਦੇ ਰਹਿੰਦੇ ਆ, ਬਲਕਿ ਕਈ ਵਾਰੀ ਵਾਧੂ ਆ ਜਾਂਦੀ। ਅਸੀਂ ਉਸ ਰੱਬ ਦੇ ਸ਼ੁਕਰਗੁਜ਼ਾਰ ਹਾਂ ਜਿਹਦੀ ਮਿਹਰ ਨਾਲ, ਕਿਉਂਕਿ ਕੰਮ ਚੰਗਾ ਕਰੋ ਤੇ ਬਰਕਤ ਆਪੇ ਆ ਜਾਂਦੀ। ਸਹਿਮਤ ਹੋਵੋਗੇ, ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ, ਹਿਰਦੇ ਸ਼ੁੱਧ ਹੋਣੇ ਚਾਹੀਦੇ ਤੇ ਬਰਕਤਾਂ ਦੀ ਕਦੇ ਵੀ ਕਮੀ ਨਹੀਂ ਰਹਿੰਦੀ, ਇਹ ਅਜਮਾਈ ਹੋਈ ਗੱਲ ਹੈ। ਤੇ ਬਾਕੀ ਇੱਕ ਵਾਰ ਫਿਰ ਮੈਂ ਇਹਨਾਂ ਸਾਰੇ ਸੱਜਣਾਂ ਦਾ ਇੱਕ ਸੱਜਣ ਦਾ ਜ਼ਿਕਰ ਮੈਂ ਹੋਰ ਵਿਸ਼ੇਸ਼ ਤੌਰ ਤੇ ਕਰਦਿਆਂ, ਉਹਨਾਂ ਦਾ ਨਾਮ ਹੈ ਕਰਤਾਰ ਸਿੰਘ ਮਾਨ। ਉਹ ਬਰੈਂਪਟਨ 'ਚ ਰਹਿੰਦੇ ਨੇ, ਓਨਟਾਰੀਓ ਸਟੇਟ, ਟੋਰਾਂਟੋ ਦੇ ਲਾਗੇ ਸ਼ਹਿਰ ਆ ਇਹ, ਕੈਨੇਡਾ ਦੇ ਵਿੱਚ। ਉਹਨਾਂ ਨੇ ਸਾਨੂੰ 7,500 ਰੁਪਇਆ ਭੇਜਿਆ, ਉੱਤੇ ਵੀ ਕੁਛ ਰੁਪਈਏ ਨੇ, 10 ਵੀ ਮੈਨੂੰ ਪੂਰਾ ਯਾਦ ਨਹੀਂ ਫਿਗਰ, ਤੁਸੀਂ ਇਹ ਮੰਨ ਲਓ ਕਿ 7,500 ਭੇਜਿਆ। ਤੇ ਇਹਨਾਂ ਸੱਜਣਾਂ ਦਾ, ਇਹ ਕਰਤਾਰ ਸਿੰਘ ਮਾਨ ਉਹਨਾਂ ਦਾ ਵੀ ਮੈਂ ਧੰਨਵਾਦੀ। ਇਹ ਬਹੁਤ ਵੱਡਾ ਨਾਵਲਕਾਰ ਹੈ ਸਾਡਾ ਮਿੱਤਰ ਇਹ, ਔਰ ਇਹ ਅੱਜ ਤੋਂ 5-6 ਸਾਲ ਪਹਿਲਾਂ ਤਕਰੀਬਨ 650 ਪੇਜ ਦਾ ਇਹਨਾਂ ਦਾ ਇੱਕ ਨਾਵਲ ਆਇਆ ਸੀਗਾ, ਉਹਦੇ ਬਾਰੇ ਮੈਂ ਕਾਫੀ ਆਰਟੀਕਲ ਵੱਡਾ ਲਿਖਿਆ ਸੀ, ਮੈਨੂੰ ਯਾਦ ਹੈ ਉਦੋਂ ਦਾ। ਇਹ ਹੁਣ ਦੁਬਾਰਾ ਸੰਪਰਕ 'ਚ ਆਏ ਨੇ ਸੱਜਣ, ਕਿਉਂਕਿ ਇੱਥੋਂ ਬਾਹਰ ਚਲੇ ਗਿਆ ਜਦੋਂ ਪ੍ਰਵਾਸੀ ਬਣਦਾ ਬੰਦਾ ਤੇ ਉਦੋਂ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ। ਵਿਦੇਸ਼ ਵਿੱਚ ਜਿਹੜਾ ਨਿਵਾਸ ਹੈ ਉਹ ਪ੍ਰਵਾਸ ਅਖਵਾਉਂਦਾ ਤੇ ਜਿਹੜਾ ਉੱਥੇ ਰਹਿੰਦਾ ਉਹਨੂੰ ਪ੍ਰਵਾਸੀ ਕਹਿਣ ਲੱਗ ਪੈਂਦੇ ਆ। ਇਹ ਇੰਨੀ ਕੁ ਪਰਿਭਾਸ਼ਾ ਮੈਂ ਤਾਂ ਪੜ੍ਹੀ ਸੁਣੀ ਹੈ। ਸੋ ਪ੍ਰਵਾਸ ਦੀਆਂ ਕੁਦਰਤੀ ਗੱਲ ਹੈ ਕਿ ਚੇਂਜ ਇਜ਼ ਆਲਵੇਜ਼ ਨਾਟ ਕੰਫਰਟੇਬਲ, ਤਬਦੀਲੀ ਦੀਆਂ ਤਕਲੀਫਾਂ ਵੀ ਹੁੰਦੀਆਂ ਤੇ ਜਦੋਂ ਆਪਾਂ ਆਪਣਾ ਦੇਸ਼ ਛੱਡ ਕੇ ਦੂਜੇ ਥਾਂ ਜਾਂਦੇ ਤੇ ਫਿਰ ਜ਼ਿਆਦਾ ਹੁੰਦੀਆਂ। ਔਰ ਉੱਥੇ ਇੱਕ ਬੂਟਾ ਦੂਜੇ ਥਾਂ ਪੁੱਟ ਕੇ ਜਦੋਂ ਲੱਗਦਾ ਤੇ ਉਹਨੂੰ ਵਧਣ ਫੁੱਲਣ ਨੂੰ ਕਾਫੀ ਟਾਈਮ ਲੱਗਦਾ, ਬੜੀ ਮਿਹਨਤ ਹੁੰਦੀ ਹੈ। ਤੇ ਮੈਂ ਜਾ ਕੇ ਦੇਖ ਲਿਆ ਉੱਥੇ ਹਿਸਾਬ ਤਾਂ ਕੋਈ ਇੰਨਾ ਸੌਖਾ ਕੰਮ ਨਹੀਂ ਹੈ, ਪਰ ਜੇ ਹੋ ਜਾਵੇ ਤਾਂ ਫਿਰ ਉਹਦੇ ਨਾਲ ਦਾ ਸਵਰਗ ਵੀ ਕੋਈ ਨਹੀਂ ਹੈ। ਸੋ ਕਰਤਾਰ ਸਿੰਘ ਮਾਨ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਇਕ ਸਹਾਇਤਾ ਭੇਜੀ ਆ। ਤੇ ਬਾਕੀ ਵੀ ਜਿਹੜੇ ਸੱਜਣ ਨੇ ਹੋਰ ਸਾਰੇ ਮੇਰੇ ਖਿਆਲ ਜਿਨ੍ਹਾਂ ਦੇ ਨਾਮ ਮੇਰੇ ਕੋਲ ਲਿਖੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ। ਤੇ ਮੈਨੂੰ ਲੱਗਦਾ ਹੋਰ ਵੀ ਮਾਇਕ ਸਹਾਇਤਾ ਸਾਨੂੰ ਆਏਗੀ, ਕਿਉਂਕਿ ਰੱਬ ਦੀ ਮਿਹਰ ਹੀ ਸਮਝ ਲਓ ਕਿ ਸਰਕਲ ਹੀ ਇੰਨਾ ਜ਼ਿਆਦਾ ਆ ਵੀ ਸਾਹਿਤਕ ਸਰਕਲ ਜਿਹੜਾ ਵਿਸ਼ੇਸ਼ ਤੌਰ ਤੇ, ਕਿਉਂਕਿ ਅਸੀਂ ਲਿਖਣ ਪੜ੍ਹਨ ਵਾਲੇ ਬੰਦੇ ਆ, ਸਾਡਾ ਕੋਈ ਰਾਜਨੀਤਿਕ ਪ੍ਰਭਾਵ ਤੇ ਹੈ ਨਹੀਂ
ਤੇ ਨਾ ਹੀ ਸੁਭਾਅ ਆ, ਸਿਰਫ ਕਿਤਾਬਾਂ ਨਾਲ ਹੀ ਵਾਬਸਤਾ ਹੁੰਦੇ ਰਹਿੰਦੇ ਆ। ਸੋ ਉੱਦਾਂ ਦੇ ਉਹ ਕਹਿੰਦੇ ਭਾਈ ਨੂੰ ਭਾਈ ਪਛਾਤਾ, ਮਿੱਤਰ ਸੱਜਣ ਵੀ ਉੱਦਾਂ ਦੇ ਹੀ ਆ। ਸੋ ਇਸ ਕਰਕੇ ਉਹਨਾਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ, ਤੇ ਤੁਹਾਡਾ ਵੀ, ਤੁਸੀਂ ਮੇਰੀਆਂ ਇੰਨੀਆਂ ਗੱਲਾਂ ਸੁਣੀਆਂ, ਇੰਨੀ ਸਹਿਣਸ਼ੀਲਤਾ ਨਾਲ। ਤੇ ਹੁਣ ਬੇਨਤੀ ਆ ਸਾਡੇ ਸਾਥੀ ਸਾਹਿਬ ਨੂੰ, ਨਰਿੰਦਰ ਸਿੰਘ ਸਾਥੀ ਜੀ, ਇਹਨਾਂ ਬਾਰੇ ਮੈਂ ਸੰਖੇਪ 'ਚ ਦੱਸ ਦਿਆਂ ਕਿ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਨੇ, ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਅਵਾਰਡ ਮਿਲਿਆ ਹੋਇਆ। ਸੋ ਇੱਕ ਵਾਰੀ ਤਾੜੀਆਂ ਮਾਰੋ ਜ਼ਰੂਰ ਇਸ ਕਰਕੇ। ਕਹਿੰਦੇ ਜਿਹੜੇ ਸਿਰ ਤੇ ਬੋਹੜ ਦੀ ਛਾਂ ਹੋਵੇ ਨਾ, ਫਿਰ ਉਹ ਮਾੜੇ ਮੋਟੇ ਦਰਖਤ ਦੀ ਪਰਵਾਹ ਨਹੀਂ ਕਰਦਾ, ਠੀਕ ਹੈ। ਸੋ ਜਦੋਂ ਸਾਥੀ ਸਾਹਿਬ ਸਾਡੇ ਨਾਲ ਹੈਗੇ, ਅਸੀਂ ਤੇ ਤੁਹਾਨੂੰ ਪਤਾ ਬੰਦਾ ਵੈਸੇ ਦੁੱਗਣਾ ਤਿੱਗਣਾ ਹੋ ਜਾਂਦਾ ਆਤਮਿਕ ਤੌਰ ਤੇ। ਸੋ ਸਾਡਾ ਹੌਸਲੇ ਬੁਲੰਦ ਕਰਨ ਦੇ ਵਿੱਚ ਸਾਥੀ ਸਾਹਿਬ ਦਾ ਪੂਰਾ ਯੋਗਦਾਨ ਹੈ। ਇਹ ਸਮੇਂ ਸਮੇਂ ਸ਼ਾਬਾਸ਼ ਦਿੰਦੇ ਰਹਿੰਦੇ ਆ, ਤੇ ਕਈ ਵਾਰੀ ਗਾਈਡੈਂਸ ਵੀ ਇੰਨੀ ਵਧੀਆ ਦਿੰਦੇ ਨੇ ਕਿ ਸਾਡਾ ਰਾਹ ਸਿੱਧਾ ਹੋ ਜਾਂਦਾ। ਸੋ ਸਾਥੀ ਸਾਹਿਬ ਨੂੰ ਬੇਨਤੀ ਆ ਕਿ ਆਪਣੇ ਵਿਚਾਰ ਅੱਜ ਦੇ ਇਸ ਸਮਾਗਮ ਦੇ ਸੰਦਰਭ ਵਿੱਚ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਨਰਿੰਦਰ ਸਿੰਘ ਸਾਥੀ ਜੀ। ਰਣਵੀਰ ਸਿੰਘ ਅਡਵਾਲ ਜੀ, ਸਹਿਤ ਸਭਾ ਜਲੰਧਰ ਸ਼੍ਰੋਮਣੀ ਦੇ ਅਹੁਦੇਦਾਰ ਸਾਹਿਬਾਨ, ਰਣਜੀਤ ਸਿੰਘ ਜੀ, ਅਵਤਾਰ ਸਿੰਘ ਜੀ, ਹੋਰ ਵੀ ਸੱਜਣ ਇਹਨਾਂ ਦੇ ਨਾਲ ਹੈਗੇ ਨੇ, ਔਰ ਬੜੇ ਖਾਮੋਸ਼ ਰਹਿੰਦੇ ਆ। ਸਾਰਾ ਜ਼ਿੰਮੇਵਾਰੀ ਅਡਵਾਲ ਸਾਹਿਬ ਨੂੰ ਦਿੱਤੀ ਹੋਈ ਹੈ। ਅਡਵਾਲ ਸਾਹਿਬ ਬੜੇ ਚੰਗੇ ਢੰਗ ਨਾਲ ਸਾਰੇ ਪ੍ਰੋਗਰਾਮ ਨੂੰ ਨਿਭਾਉਂਦੇ ਆ, ਲਿੰਕ ਵੀ ਰੱਖਦੇ ਆ, ਸਥਾਨਕ ਤੌਰ 'ਤੇ ਵੀ ਅਤੇ ਬਾਹਰ ਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਨਾਂ ਲਏ ਆ। ਬੜੇ ਜ਼ੋਰ ਸ਼ੋਰ ਨਾਲ ਸਹਿਤ ਸਭਾ ਜਲੰਧਰ ਸ਼੍ਰੋਮਣੀ ਚੱਲ ਰਹੀ ਹੈ, ਥੋੜ੍ਹੇ ਸਮੇਂ ਤੋਂ ਹੀ ਜਿਸੇ ਬੰਦ ਹੋਈ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸ਼ਾਇਰ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਆਪਣੇ ਵਿਚਾਰ, ਆਪਣੀ ਸ਼ਰਧਾ ਪੇਸ਼ ਕੀਤੀ ਹੈ, ਬਹੁਤ ਸ਼ਲਾਘਾਯੋਗ ਹੈ। ਹਰ ਸ਼ਹਿਰ ਦਾ ਕਹਿਣ ਦਾ ਆਪਣਾ ਢੰਗ ਹੁੰਦਾ ਹੈ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਫਲ ਕਵਿਤਾ ਉਹ ਹੁੰਦੀ ਹੈ ਜਿਹਦੇ ਬਾਰੇ ਕੋਈ ਦੱਸਣਾ ਨਾ ਪਵੇ। ਕਵਿਤਾ ਆਪ ਹੀ ਬੋਲਦੀ ਹੈ, ਆਪ ਹੀ ਦੱਸਦੀ ਹੈ, ਉਹਦੇ ਬਾਰੇ ਕੁਝ ਭੂਮਿਕਾ ਬਣਨ ਦੀ ਲੋੜ ਨਹੀਂ ਹੁੰਦੀ। ਵਿਸ਼ਾ ਗੁਰੂ ਨਾਨਕ ਸਾਹਿਬ ਦਾ ਹੈ। ਗੁਰੂ ਨਾਨਕ ਸਾਹਿਬ ਦੇ ਅਨੇਕਾਂ ਹੀ ਪੱਖ ਹੈਗੇ ਆ, ਕਿਸੇ ਪੱਖ ਦੇ ਵੀ ਆਪਾਂ ਗੱਲ ਕਰ ਸਕਦੇ ਹਾਂ। ਔਰ ਗੁਰੂ ਨਾਨਕ ਸਾਹਿਬ ਦਾ ਜੀਵਨ ਉਹੀ ਹੈ ਜੋ ਉਹਨਾਂ ਨੇ 70 ਸਾਲ ਬਤੀਤ ਕੀਤੇ ਇਸ ਧਰਤੀ ਦੇ ਉੱਪਰ, ਜੋ ਉਹਨਾਂ ਨੇ ਸੰਦੇਸ਼ ਦਿੱਤਾ ਉਹ ਵੀ ਉਹੀ ਹੈ। ਸਿੱਖ ਧਰਮ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਦਿਆਂ ਵਿਕਸਿਤ ਹੋ ਗਿਆ। ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੋਈ ਧਰਮ ਚਲਾਉਣ ਦੀ ਇੱਛਾ ਨਹੀਂ ਹੋਊਗੀ। ਇੱਕ ਚੰਗਾ ਇਨਸਾਨ ਬਣਨ ਦੀਆਂ ਜਿਹੜੀਆਂ ਵਿਚਾਰਾਂ ਉਹਨਾਂ ਦੇ ਮਨ ਵਿੱਚ ਆਈਆਂ, ਉਹਨਾਂ ਨੇ ਪੇਸ਼ ਕੀਤੀਆਂ। ਤੇ ਵਿਸ਼ਾ ਗੁਰੂ ਨਾਨਕ ਸਾਹਿਬ ਦਾ ਹੀ ਹੈ, ਲੇਕਿਨ ਉਹ ਉਹਨਾਂ ਬਾਰੇ ਨਵੀਂ ਗੱਲ, ਨਵੀਂ ਕਵਿਤਾ, ਨਵੀਂ ਸੋਚ, ਨਵਾਂ ਅਹਿਸਾਸ, ਅਨੁਭਵ ਜਿਹੜਾ ਹੈ ਉਹ ਪੇਸ਼ ਕਰਨ ਦਾ ਆਪਣਾ ਆਪਣਾ ਤਰੀਕਾ ਹੈਗਾ, ਔਰ ਸਮੇਂ ਦੇ ਅਨੁਸਾਰ ਹੈਗਾ। ਅੱਜ ਤੋਂ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਬਾਰੇ ਅਸੀਂ ਕਿਸ ਤਰ੍ਹਾਂ ਸੋਚਦੇ ਸੀ, 100 ਸਾਲ ਬਾਅਦ 'ਚ ਕਿੱਦਾਂ ਸੋਚਦੇ ਸੀ, ਹੁਣ ਕਿੱਦਾਂ ਸੋਚਦੇ ਹਾਂ, ਅੱਜ ਤੋਂ 4 ਸਾਲ 500 ਸਾਲ ਬਾਅਦ ਉਹਨਾਂ ਦੇ ਬਾਰੇ ਕਿਵੇਂ ਸੋਚਾਂਗੇ। ਆਪਣੇ ਸਮੇਂ ਦੇ ਅਨੁਸਾਰ ਹਰ ਕੋਈ ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਸਿੱਖਿਆਵਾਂ ਨੂੰ ਦੱਸਣ ਦੀ ਕੋਸ਼ਿਸ਼ ਕਰੇਗਾ। ਹੈ ਉਹੀ ਗੁਰੂ ਨਾਨਕ ਉਹੀ ਹੈ, ਲੇਕਿਨ ਕਹਿਣ ਦਾ ਅੰਦਾਜ਼ ਵੱਖਰਾ ਵੱਖਰਾ ਹੁੰਦਾ ਰਹੇਗਾ। ਜਿੰਨਾ ਵੀ ਦੁਨੀਆ ਦਾ ਸਾਹਿਤ ਹੈਗਾ, ਚਾਹੇ ਯੂਰਪ ਦਾ ਲੈ ਲਓ, ਚਾਹੇ ਹਿੰਦੁਸਤਾਨ ਦਾ ਲੈ ਲਓ, ਉਰਦੂ ਦਾ ਲੈ ਲਓ, ਫਾਰਸੀ ਦਾ ਲੈ ਲਓ, ਕੋਈ ਲੈ ਲਓ, ਸਭ ਦੇ ਵਿੱਚ ਪ੍ਰਧਾਨ ਵਿਸ਼ਾ ਜਿਹੜਾ ਨਾ ਜਾ ਕੇ ਟੋਕੀ
ਨਾਨਕ ਨੂੰ ਸਮਝਣਾ ਜੇ ਲਾਲੋ ਦੇ ਕੋਲ ਬੈਠੀ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਬਾਬਰ ਦੇ ਨਾਲ ਮੱਥਾ ਲਾਉਣਾ ਹੈ ਤੈਨੂੰ ਪੈਣਾ। ਜਿੱਦਾਂ ਅੱਜ ਪੰਜਾਬ ਦੇ ਲੋਕਾਂ ਨੇ ਲਾਇਆ, ਬਾਬਰ ਦੇ ਨਾਲ ਮੱਥਾ ਲਾਉਣਾ ਹੈ ਤੈਨੂੰ ਪੈਣਾ। ਰਾਜੇ ਨੂੰ ਸ਼ੀਂਹ ਆਖੀ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਸੱਜਣ ਜਹੇ ਠੱਗਾਂ ਤੋਂ ਲੋਕਾਂ ਨੂੰ ਤੂੰ ਬਚਾਵੀਂ, ਕਰਦੇ ਜੋ ਲੁੱਟ ਰੋਕੀ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਗੱਲੀ ਬਣੀ ਨਾ ਚੰਗਾ, आपने लिखा गली असी चंगियां आचार्य, गली बनी ना चंगा, चंगा विहार रखी, अपने गुनाह सोधी, नानक नू समझना जे, नानक नू ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਧਰ ਲਈ ਤਲੀ ਤੇ ਆਪਣਾ, ਸਿਰ ਪ੍ਰੇਮ ਦੀ ਗਲੀ ਜਾ, ਤੂੰ ਬੇਸਿਰਾਹੀ ਜੂਝੀ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਨਾਨਕ ਦੇ ਕਰ ਦਾ ਕੁਕਰ ਹੈ ਮੂਰਤੀ ਵਿਚਾਰਾ, ਇਸ ਦੇ ਗੁਨਾਹ ਨਾ ਦੇਖੀ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ, ਨਾਨਕ ਨੂੰ ਸਮਝਣਾ ਜੇ। ਮਰਦਾਨਾ ਕਿਧਰੇ ਪਾਣੀ ਤੋਂ ਤ੍ਰਿਹਾਇਆ ਨਾ ਹੁੰਦਾ, ਪੰਜੇ ਨਾਲ ਪਹਾੜ ਬਾਬੇ ਜੇ ਨਾਨਕ ਰੋਕ ਬਖਾਇਆ ਨਾ ਹੁੰਦਾ। ਫਿਰ ਕੀ ਹੁਣ ਬਲੀ ਕੰਧਾਰੀ ਦਾ ਵੀ ਨਾ ਟੁੱਟਿਆ ਕਦੇ ਹੰਕਾਰ ਨਾ ਹੁੰਦਾ, ਜੇ ਭਾਰਤ ਦੀ ਧਰਤੀ ਉੱਤੇ ਗੁਰੂ ਨਾਨਕ ਅਵਤਾਰ ਨਾ ਹੁੰਦਾ।